किसान मजदूर एकता जिंदाबाद जिंदाबाद। ਉਹ ਕਹਿੰਦੇ ਬੂੰਦ ਬੂੰਦ ਨਾਲ ਸਮੁੰਦਰ ਭਰਦਾ ਹੈ ਔਰ ਅਸੀਂ ਚਾਹੁੰਦੇ ਹਾਂ ਕਿ ਜਿਸ ਏਰੀਏ ਦੇ ਵਿੱਚ ਥੋੜਾ ਜਿਹਾ ਸਾਡੇ ਕਿਸਾਨ ਪਿਛੜ ਗਏ ਨੇ, ਨਹੀਂ ਪਹੁੰਚ ਸਕੇ ਅੰਦੋਲਨ ਦੇ ਵਿੱਚ, ਹੁਣ ਵਾਰੀ ਹੈ, ਹੁਣ ਪਰਖ ਦੀ ਘੜੀ ਹੈ ਕਿਉਂਕਿ ਅੰਦੋਲਨ ਲੰਬਾ ਹੋ ਗਿਆ। ਸੋ ਇਹ ਜਿਹੜਾ ਜਦੋਂ ਅੰਦੋਲਨ ਲੰਬਾ ਹੋ ਜੇ ਤਾਂ ਉਸ ਵੇਲੇ ਕਹਿੰਦੇ ਹੁੰਦੇ ਆ ਕਿ ਉਹ ਸੂਰਮੇ ਨਿੱਤਰ ਕੇ ਆਉਂਦੇ ਆ ਜਿਹੜੇ ਹਮੇਸ਼ਾ ਤੋਂ ਆਪਣੀ ਕੌਮ ਦਾ ਸਮਝਦੇ ਆ ਸਾਡਾ ਫਰਜ਼ ਹੈ ਕਿ ਸਾਡੀ ਕੌਮ ਕਦੇ ਨਹੀਂ ਹਾਰੀ। ਸੋ ਮੈਂ ਸਮਝਦਾ ਕਿ ਅੱਜ ਇਹ ਵੇਟ ਦਾ ਏਰੀਆ ਦੇ ਵਿੱਚ ਜਿਹੜੀ ਇਹ ਮਹਾਸਭਾ ਰੱਖੀ ਗਈ ਆ, ਮੀਟਿੰਗ ਰੱਖੀ ਗਈ ਆ, ਇਹ ਅਸੀਂ ਇੱਥੇ ਸੁਨੇਹਾ ਦੇਣ ਦੇ ਵਿੱਚ ਕਾਮਯਾਬ ਹੋਵਾਂਗੇ ਕਿ ਅੱਜ ਤੁਹਾਡੀ ਲੋੜ ਹੈ ਯੋਧਿਓ, ਅੱਜ ਪਹੁੰਚੋ ਉੱਥੇ ਬਾਰਡਰਾਂ ਤੇ ਦਿੱਲੀ ਦੇ, ਅੱਜ ਉਹ ਸਰਕਾਰ ਨੂੰ ਫਿਰ ਸੰਖਿਆ ਵਧਾਈਏ, ਫਿਰ ਇਸ ਅੰਦੋਲਨ ਨੂੰ ਜਿੱਤ ਵੱਲ ਲੈ ਕੇ ਜਾਈਏ। ਲੱਗਦਾ ਤੁਹਾਨੂੰ ਕਿ ਕਿਸਾਨ ਜਥੇਬੰਦੀਆਂ ਲਗਾਤਾਰ ਹੀ ਕਹਿ ਰਹੀਆਂ ਸੀ ਕਿ ਇਹ ਖਾਲਸ ਕਿਸਾਨ ਜਥੇਬੰਦੀਆਂ ਨੇ, ਅੰਦੋਲਨ ਵੀ ਖਾਲਸ ਹੈ, ਰਾਜਨੀਤਿਕ ਲੋਕ ਨਹੀਂ ਉਤਰਨਗੇ, ਪਰ ਹੁਣ ਗੁਰਨਾਮ ਸਿੰਘ ਝੁੰਡੀ ਵੱਲੋਂ ਐਲਾਨ ਕਰ ਦਿੱਤਾ ਗਿਆ ਕਿ ਉਹ ਵਿਧਾਨ ਸਭਾ ਇਲੈਕਸ਼ਨਾਂ ਲੜਨਗੇ, ਆਪਣੇ ਉਮੀਦਵਾਰ ਵੀ ਉਹਨਾਂ ਨੇ ਐਲਾਨ ਕਰ ਦਿੱਤੇ। ਕਿਸ ਤਰੀਕੇ ਨਾਲ ਦੇਖੋ ਉਹਨਾਂ ਦੀ ਚੜੂਨੀ ਸਾਹਿਬ ਦੀ ਕੋਈ ਆਪਣੀ ਮਨਸ਼ਾ ਹੋ ਸਕਦੀ ਹੈ ਕਿ ਉਹਨਾਂ ਦਾ ਪੋਲੀਟੀਕਲ ਏਜੰਡਾ ਹੋ ਸਕਦਾ ਹੈ, ਪਰ ਉਹਨਾਂ ਨੂੰ ਸਪਸ਼ਟ ਕਰਨਾ ਚਾਹੀਦਾ ਸੀ ਪਹਿਲੇ ਦਿਨ ਤੋਂ ਹੀ ਕਿ ਆਪਾਂ ਅੰਦੋਲਨ ਵਿੱਚ ਆਏ ਹਾਂ ਜਾਂ ਆਪਾਂ ਸੱਤਾ ਦੇ ਬਦਲਾਅ ਲਈ ਆਏ ਹਾਂ। ਜਿਹੜੇ ਲੋਕ ਆਪਣੇ ਸਿਧਾਂਤਾਂ ਤੋਂ ਪਿੱਛੇ ਹਟ ਜਾਂਦੇ ਨੇ ਉਹ ਕਦੇ ਕਿਸੇ ਦਾ ਭਲਾ ਨਹੀਂ ਕਰ ਸਕਦੇ। ਮੈਂ ਬਾਰ-ਬਾਰ ਕਹਾਂਗਾ, ਜੇ ਗੁਰੂ ਗੋਬਿੰਦ ਸਿੰਘ ਮਹਾਰਾਜ, ਗੁਰੂ ਤੇਗ ਬਹਾਦਰ ਮਹਾਰਾਜ ਜੇਕਰ ਉਹ ਸਿਧਾਂਤਾਂ ਤੋਂ ਹਟ ਜਾਂਦੇ, ਉਹਨਾਂ ਨੂੰ ਕਿਹੜੇ ਉਦੋਂ ਬੜੀਆਂ ਬਾਦਸ਼ਾਹੀਆਂ ਮਿਲਦੀਆਂ ਸਨ। ਮੁਗਲ ਕਹਿੰਦੇ ਸਨ ਅਸੀਂ ਦਖਲ ਵੀ ਨਹੀਂ ਦੇਵਾਂਗੇ, ਸਿਧਾਂਤਵਾਦੀ ਰਹੇ, ਸਰਬੰਸ ਵਾਰਤਾ, ਪਰ ਆਪਣੇ ਸਿਧਾਂਤਾਂ ਤੋਂ ਨਹੀਂ ਹਟੇ। ਇਸੇ ਤਰੀਕੇ ਨਾਲ 1947 'ਚ ਭਗਤ ਸਿੰਘ ਉਹਨਾਂ ਨੂੰ ਬੜੀਆਂ ਜਗੀਰਾਂ ਮਿਲਦੀਆਂ ਸਨ, ਪਰ ਉਹਨਾਂ ਨੇ ਉਹ ਜਗੀਰਾਂ ਨਹੀਂ ਲਈਆਂ, ਸਿਧਾਂਤਾਂ ਤੋਂ ਨਹੀਂ ਹਟੇ, ਦੇਸ਼ ਨੂੰ ਆਜ਼ਾਦ ਕਰਾਉਣਾ ਆਜ਼ਾਦ ਕਰਾ ਕੇ ਹਟੇ। ਉਹ ਸ਼ਹਾਦਤਾਂ ਨੂੰ ਚੜ੍ਹ ਗਏ ਪਰ ਉਹ ਕਾਮਯਾਬ ਹੋਏ ਆਪਣੇ ਮਕਸਦ ਦੇ ਵਿੱਚ। ਇਸ ਕਰਕੇ 1984 ਦੇ ਵਿੱਚ ਤੁਸੀਂ ਲਾ ਲਓ, ਜੇ ਸੰਤ ਜਰਨੈਲ ਸਿੰਘ ਉਹਨਾਂ ਨੇ ਆਪਣੇ ਸਿਧਾਂਤਾਂ ਤੋਂ ਹਟ ਜਾਂਦੇ ਤਾਂ ਉਹ ਲੈ ਸਕਦੇ ਸੀ, ਉਹਨਾਂ ਨੂੰ ਸੱਤਾ ਦੇ ਲੁਭਾਵਣੇ ਦਿੱਤੇ ਗਏ ਕਿ ਪੰਜਾਬ ਦੀ ਸੱਤਾ ਤੁਹਾਨੂੰ ਛੱਡ ਦਿੰਦੇ ਆ, ਪਰ ਉਹ ਨਹੀਂ ਮੰਨੇ, ਆਪਣੇ ਸਿਧਾਂਤਾਂ ਤੇ ਰਹੇ, ਸ਼ਹਾਦਤ ਦੇ ਦਿੱਤੀ। ਸਾਡੀ ਕੌਮ ਹਮੇਸ਼ਾ ਆਪਣੇ ਸਿਧਾਂਤਾਂ ਤੇ ਕਾਇਮ ਰਹੀ ਹੈ ਤੇ ਸਾਡੀ ਕੌਮ ਦਾ ਇਹ ਟੀਚਾ ਹੈ ਕਿ ਜਿਹੜੇ ਸਿਧਾਂਤਾਂ ਨੂੰ ਅਸੀਂ ਲੈ ਕੇ ਗਏ ਹਾਂ, ਅਸੀਂ ਸਿਧਾਂਤਾਂ ਨੂੰ ਲੈ ਕੇ ਤਿੰਨੋਂ ਖੇਤੀ ਕਾਨੂੰਨ ਰੱਦ ਕਰਾਉਣੇ, MSP ਤੇ ਗਰੰਟੀ ਕਾਨੂੰਨ ਬਣਾਉਣੇ। ਪਹਿਲਾਂ ਜਿੰਨਾ ਚਿਰ ਉਹਦੀ ਜਿੱਤ ਨਹੀਂ ਹੁੰਦੀ, ਅੰਦੋਲਨ ਦੀ ਕੀਮਤ ਤੇ ਸੱਤਾ ਦਾ ਬਦਲਾਅ ਕਦੇ ਮਨਜ਼ੂਰ ਨਹੀਂ। ਅੱਜ ਅੰਦੋਲਨ ਹਾਰ ਗਏ, ਇਹੋ ਜਿਹਾ ਅੰਦੋਲਨ 60 ਸਾਲ ਨਹੀਂ ਖੜਾ ਹੋਊ, ਸੱਤਾ 25 ਸਾਲ ਨਹੀਂ ਬਦਲ ਦਿਆਂਗੇ, ਕਿਹੜੀ ਗੱਲ ਹੈ। ਜਦੋਂ ਤੁਸੀਂ ਜਿੱਤ ਕੇ ਆ ਗਏ, ਲੋਕ ਤੁਹਾਡੇ ਤੇ ਭਰੋਸਾ ਕਰਨਗੇ ਕਿ ਉਹ ਲੋਕ ਨੇ ਜੋ ਕਹਿੰਦੇ ਨੇ ਉਹ ਕਰਦੇ ਨੇ, ਫਿਰ ਇਸ ਕਰਕੇ ਤੁਸੀਂ 5 ਸਾਲਾਂ ਬਾਅਦ ਬਦਲ ਲਿਓ ਸੱਤਾ। ਇਸ ਕਰਕੇ ਜੇ ਕੋਈ ਉਹਨਾਂ ਦੀ ਮਨਸ਼ਾ ਚੜੂਨੀ ਸਾਹਿਬ ਦੀ, ਉਹ ਪਰਸਨਲ ਉਹਨਾਂ ਦੀ ਮਨਸ਼ਾ ਹੋ ਸਕਦੀ ਹੈ। ਸਾਡਾ ਬੱਤੀਆਂ ਦਾ ਕੋਈ ਏਜੰਡਾ ਨਹੀਂ ਕਿ ਅਸੀਂ ਇਲੈਕਸ਼ਨ ਦੇ ਵਿੱਚ ਆਉਣਾ, ਅਸੀਂ ਸੱਤਾ 'ਚ ਆਉਣਾ। ਪਹਿਲਾਂ ਅੰਦੋਲਨ ਜਿੱਤਾਂਗੇ, ਫਿਰ ਸੱਤਾ ਦੇ ਬਦਲਾਅ ਨੂੰ ਵੀ ਚੱਲ ਪਾਵਾਂਗੇ। ਇੱਕ ਮਾਰਚ ਕੱਢਣ ਦੀ ਗੱਲ ਕੀਤੀ ਜਾ ਰਹੀ ਹੈ, ਸੰਸਦ ਘੇਰਨ ਦੀ ਗੱਲ ਕੀਤੀ ਜਾ ਰਹੀ ਹੈ, ਕਿਸ ਤਰੀਕੇ ਨਾਲ ਸਾਰਾ ਰਹੇਗਾ? ਕਿਉਂਕਿ ਜਦੋਂ ਦਿੱਲੀ ਵੱਲ ਕੂਚ ਕੀਤਾ ਸੀ ਤਾਂ ਉਦੋਂ ਵੀ ਸਰਕਾਰਾਂ ਨੇ ਬੜਾ ਰੋਕਣ ਦੀ ਕੋਸ਼ਿਸ਼ ਕੀਤੀ, ਫਿਰ ਲਾਲ ਕਿਲ੍ਹੇ ਵੱਲ ਗਏ ਤਾਂ ਵੀ ਰੋਕਣ ਦੀ ਕੋਸ਼ਿਸ਼ ਕੀਤੀ, ਹੁਣ ਸੰਸਦ ਦੇ ਘਿਰਾਓ ਦੀ ਗੱਲ ਕੀਤੀ ਜਾ ਰਹੀ ਹੈ, ਕਿਸ ਤਰੀਕੇ ਨਾਲ ਇਹ ਸਫਲ ਹੋ ਪਾਏਗਾ? ਦੇਖੋ ਅਸੀਂ ਇਹੀ ਤਾਂ ਪਿਕਚਰ ਕਲੀਅਰ ਕਰਨੀ ਚਾਹੁੰਦੇ ਹਾਂ ਕਿ ਸੁਪਰੀਮ ਕੋਰਟ ਬਾਰ-ਬਾਰ ਕਿਸਾਨਾਂ ਤੇ ਇਸ ਗੱਲ ਦਾ ਜਿਹੜਾ ਇਸ਼ਾਰਾ ਹੁੰਦਾ ਹੈ ਕਿ ਸੜਕਾਂ ਕਿਸਾਨਾਂ ਨੇ ਰੋਕੀਆਂ, ਜਦ ਕਿ ਅਸੀਂ ਕਹਿੰਦੇ ਅਸੀਂ ਤਾਂ ਜਾ ਰਹੇ ਸੀ ਦਿੱਲੀ, ਸਾਨੂੰ ਸਰਕਾਰ ਨੇ ਰੋਕ ਕੇ ਬਿਠਾਇਆ। ਅਸੀਂ ਸੜਕਾਂ 'ਚ ਬੈਠਣ ਨਹੀਂ ਸੀ ਗਏ, ਅਸੀਂ ਆਪਣੀ ਮੰਗ ਲੈ ਕੇ ਗਏ ਸੀ, ਸਰਕਾਰ ਤੱਕ ਲੈ ਕੇ ਗਏ ਸੀ। ਸੋ ਸਾਨੂੰ ਉਦੋਂ ਹੀ ਜਾਣ ਦਿੰਦੇ ਸਦਨ ਦੇ ਲਾਗੇ, ਅਸੀਂ ਉਦੋਂ ਉੱਥੇ ਚਲੇ ਜਾਂਦੇ। ਹੁਣ ਜੇਕਰ ਸਾਨੂੰ ਰੋਕਣਗੇ, ਸੁਪਰੀਮ ਕੋਰਟ ਨੂੰ ਚਿੱਟਾ ਚਾਨਣ ਹੋ ਜੂ, ਕਲੀਅਰ ਹੋ ਜੂ ਕਿ ਸੜਕਾਂ ਕਿਸਾਨਾਂ ਨਹੀਂ ਰੋਕੀਆਂ, ਸਰਕਾਰ ਨੇ ਰੁਕਵਾਈਆਂ ਨੇ। ਜੇ ਹੁਣ ਰੋਕਣਗੇ ਫਿਰ ਕਲੀਅਰ ਹੋ ਜਾਏਗਾ। ਕਿਸ ਤਰੀਕੇ ਦੀ ਰਣਨੀਤੀ ਉਹਦੇ ਵਾਸਤੇ? ਸਾਡੀ ਰਣਨੀਤੀ ਹੈ ਕਿ 500 ਬੰਦਾ ਰੋਜ਼ ਜਾਏਗਾ, ਟਰਾਲੀਆਂ ਦੇ ਨਾਲ ਜਾਏਗਾ, ਬੰਦੇ ਬਿਲਕੁਲ ਨੋਮੀਨੇਟਡ ਹੋਣਗੇ, ਸਿਲੈਕਟਡ ਹੋਣਗੇ ਜਥੇਬੰਦੀਆਂ ਦੇ, ਉਹ 500 ਉੱਥੇ ਰੁਕ ਜਾਏਗਾ। ਕਹਿਣ ਦਾ ਭਾਵ 1 ਮਹੀਨਾ ਸੰਸਦ ਚੱਲਣੀ ਹੈ ਤੇ ਜੇਕਰ 26 ਦਿਨ ਕੰਮ ਚੱਲਦਾ ਨਾ ਉੱਥੇ, ਤੇ 26 ਦਿਨਾਂ ਦੇ ਵਿੱਚ ਲਗਭਗ 13,000 ਬੰਦਾ ਸਾਡਾ ਉੱਥੇ ਜਾ ਕੇ ਅੰਦਰ ਬੈਠ ਜਾਏਗਾ। ਉਹਨਾਂ ਦੇ ਉੱਥੇ ਮੋਰਚਾ ਵੀ ਲੱਗੇਗਾ, ਉੱਥੇ ਤੰਬੂ ਵੀ ਬਣਨਗੇ, ਰਾਸ਼ਨ ਵੀ ਬਣਾਉਣਗੇ, ਉੱਥੇ ਅੰਦਰ ਮੋਰਚਾ ਚੱਲੂਗਾ ਤੇ 13,000 ਦੀ ਸ਼ਮੂਲੀਅਤ ਥੋੜੀ ਨਹੀਂ ਹੁੰਦੀ, 13,000 ਬੰਦਾ ਅੰਦਰ ਚਲਿਆ ਜਾਊਗਾ ਇੱਕੋ ਵਾਰ। ਭੇਜਣ ਦੀ ਜਗ੍ਹਾ ਅਸੀਂ ਚਾਹੁੰਦੇ ਹਾਂ ਕਿ ਸਿਲੈਕਟਡ ਬੰਦੇ ਭੇਜੀਏ ਤਾਂ ਕਿ ਸਰਕਾਰ ਇਹਦੇ ਵਿੱਚ ਕੋਈ ਸਾਜ਼ਿਸ਼ ਨਾ ਰਚ ਸਕੇ, ਆਪਣੇ ਬੰਦੇ ਵਿੱਚ ਬਾੜ ਕੇ ਕੋਈ ਇਦਾਂ ਦੀ ਹਰਕਤ ਨਾ ਕਰੇ ਕਿ ਜਿਹਦੇ ਨਾਲ ਅੰਦੋਲਨ ਨੂੰ ਕਮਜ਼ੋਰ ਕੀਤਾ ਜਾਵੇ। ਰਾਜਨੀਤੀ ਪੱਖੋਂ ਤੁਸੀਂ ਗੱਲ ਕੀਤੀ ਹੈ ਕਿ ਪਹਿਲਾਂ ਜਿੱਤਣਾ ਅੰਦੋਲਨ ਜ਼ਰੂਰੀ ਹੈ, ਉਸ ਤੋਂ ਬਾਅਦ ਦੇਖਿਆ ਜਾਏਗਾ ਕਿ ਇਕੱਠੇ ਜਿਹੜੀਆਂ ਜਥੇਬੰਦੀਆਂ ਨੇ ਉਹ ਅੰਦੋਲਨ ਜਿੱਤਣ ਤੋਂ ਬਾਅਦ ਅਗਰ ਉਹ ਸਮਾਂ ਆਉਂਦਾ ਵੀ ਅੰਦੋਲਨ ਜਿੱਤ ਜਾਂਦੇ ਨੇ, ਉਸ ਤੋਂ ਬਾਅਦ ਫਿਰ ਰਾਜਨੀਤੀ 'ਚ ਪੈਰ ਰੱਖਣਗੇ। ਦੇਖੋ ਇਹ ਲੋਕ ਰਾਏ ਹੁੰਦੀ ਹੈ, ਲੋਕ ਰਾਏ ਨਾਲ ਅਸੀਂ ਕੌਣ ਹੈ? ਸਾਨੂੰ ਲੋਕਾਂ ਨੇ, ਸਾਡੇ ਵੀਰਾਂ ਕਿਸਾਨਾਂ ਨੇ, ਮਜ਼ਦੂਰਾਂ ਨੇ ਕਿਹਾ ਵੀ ਤੁਸੀਂ ਅੱਗੇ ਹੋ ਕੇ ਚੱਲੋ, ਸਾਨੂੰ ਆਗੂ ਮੰਨ ਲਿਆ ਤੇ ਅਸੀਂ ਮੰਨ ਲਿਆ।
ਤੇ ਤੁਸੀਂ ਸਾਡੇ ਤੇ ਜੇ ਭਰੋਸਾ ਕਰਦੇ ਹੋ ਮੋਰੇ ਹੋ ਕੇ ਲੜਾਂਗੇ, ਜਾਨ ਵੀ ਦੇ ਦੇਵਾਂਗੇ ਆਪਣੇ ਪੰਜਾਬ ਲਈ, ਦੇਸ਼ ਲਈ। ਜੇਕਰ ਲੋਕ ਰਾਏ ਹੋਊਗੀ, ਲੋਕ ਰਾਏ ਦੇ ਮੁਤਾਬਕ ਚੱਲਣਗੇ ਸਾਰੇ, ਕੋਈ ਏਡੀ ਗੱਲ ਨਹੀਂ। ਪਰ ਪਹਿਲਾਂ ਅੰਦੋਲਨ ਦੀ ਕੀਮਤ ਤੇ ਸੱਤਾ ਦਾ ਬਦਲਾਅ ਕਿਤੇ ਹੀ ਮਨਜ਼ੂਰ ਨਹੀਂ। ਅੰਦੋਲਨ ਜਿੱਤਣ ਤੋਂ ਬਾਅਦ ਕੁਝ ਵੀ ਹੋ ਸਕਦਾ, ਵਕਤ ਬਲਵਾਨ ਹੈ, ਵਕਤ ਫੈਸਲੇ ਕਰਿਆ ਕਰਦਾ। ਜਦੋਂ ਵਕਤ ਆਏਗਾ ਫਿਰ ਦੇਖ ਲਾਂਗੇ, ਕੋਈ ਗੱਲ ਨਹੀਂ। ਕਿਸਾਨ ਜਥੇਬੰਦੀਆਂ ਦਾ ਟੀਚਾ, ਮਨੋਰਥ, ਜੋ ਏਜੰਡਾ ਹੈ ਉਹ ਕੇਵਲ ਕਿਸਾਨੀ ਮੁੱਦੇ ਆ, ਔਰ ਜਿਨ੍ਹਾਂ ਤੇ ਅਸੀਂ ਘੱਟੋ ਘੱਟ ਪ੍ਰੋਗਰਾਮ ਲੈ ਕੇ ਇਕੱਠੇ ਹੋ ਕੇ ਚੱਲੇ ਆ। ਉਹਦੇ 'ਚ ਤਿੰਨੇ ਖੇਤੀ ਵਿਰੋਧੀ ਕਾਨੂੰਨ ਰੱਦ ਕਰਾਉਣੇ, MSP ਪੂਰੇ ਭਾਰਤ 'ਚ ਲਾਗੂ ਕਰਾਉਣੀ। ਮੈਂ ਕਿ ਇਹ ਜਿਹੜਾ ਪ੍ਰੋਗਰਾਮ ਹੈ, ਜਿਸ ਤਰ੍ਹਾਂ ਬਿਜਲੀ ਸੋਧ ਬਿੱਲ ਰੱਦ ਕਰਾਉਣਾ, ਤੇ ਇਹ ਜਿਹੜਾ ਸੀ ਇਹ ਸਾਰੇ ਜਿਹੜੇ ਲੈ ਕੇ ਚੱਲੇ ਆ। ਗੁਰਨਾਮ ਸਿੰਘ ਝੰਡੂਨੀ ਵੱਲੋਂ ਕਿਉਂ ਐਲਾਨ ਕੀਤਾ ਗਿਆ ਇਲੈਕਸ਼ਨ? ਗੁਰਨਾਮ ਸਿੰਘ ਝੰਡੂਨੀ ਜਿਹੜਾ ਉਹ ਆਪਣੀ ਮਰਜ਼ੀ ਦਾ ਮਾਲਕ ਹੈ, ਆਜ਼ਾਦ ਹੈ। ਲੇਕਿਨ ਇਹ ਕੱਲ ਸਾਡੀ ਮੀਟਿੰਗ ਹੋ ਰਹੀ ਆ, ਆਉਣ ਵਾਲੇ ਸਮੇਂ 'ਚ ਫੈਸਲਾ ਕੀਤਾ ਜਾਊਗਾ। ਦੋ ਬੇੜੀਆਂ ਤੇ ਕੋਈ ਵੀ ਪੈਰ ਰੱਖ ਕੇ ਨਹੀਂ ਚੱਲ ਸਕੇਗਾ। ਜੇ ਉਹਨੇ ਰਾਜਨੀਤੀ ਕਰਨੀ ਆ ਤੇ ਉਹ ਕਰੇ, ਆਜ਼ਾਦ ਹੈ ਹਰ ਬੰਦਾ, ਸਾਨੂੰ ਕੋਈ ਇਤਰਾਜ਼ ਨਹੀਂ। ਪਰ ਸੰਯੁਕਤ ਮੋਰਚੇ ਦੇ ਬੈਨਰ ਥੱਲੇ ਨਾ ਕੋਈ ਲਕਸ਼, ਅੱਜ ਤੱਕ ਅਸੀਂ ਕਿਸੇ ਰਾਜਨੀਤਿਕ ਬੰਦੇ ਨੂੰ ਸਟੇਜ ਤੇ ਨਹੀਂ ਆਉਣ ਦਿੱਤਾ ਤੇ ਅੱਗੇ ਵੀ ਨਹੀਂ ਹੋਏਗਾ। ਜਿੰਨਾ ਚਿਰ ਸਾਡਾ ਅੰਦੋਲਨ ਚੱਲਦਾ ਉਹਨਾਂ ਚਿਰ ਸੰਯੁਕਤ ਮੋਰਚੇ ਦਾ ਮੈਂਬਰ ਕੋਈ ਵੀ ਰਾਜਨੀਤੀ ਨਹੀਂ ਕਰ ਸਕਦਾ। ਆਉਣ ਵਾਲੇ ਸਮੇਂ ਵਿੱਚ ਇੱਥੇ ਬ੍ਰੇਕਾਂ ਲਾਈਆਂ ਜਾਣ। ਕੀ ਸੋਚਦੇ ਹੋ, ਪੰਜਾਬ ਨੂੰ ਕਿਉਂ ਚੁਣਿਆ? ਹਰਿਆਣਾ ਛੱਡ ਕੇ ਪੰਜਾਬ ਨੂੰ ਕਿਉਂ ਲਿਆ ਉਹਨਾਂ ਨੇ? ਉਹ ਪੰਜਾਬ ਛੱਡ ਕੇ ਭਾਵੇਂ ਕੇਰਲਾ ਜਾ ਕੇ ਲੜੇ, ਉਹ ਤਾਮਿਲ 'ਚ ਲੜੇ, ਸਾਨੂੰ ਕੋਈ ਇਤਰਾਜ਼ ਨਹੀਂ, ਜਿੱਥੇ ਮਰਜ਼ੀ ਲੜੇ। ਪਰ ਸੰਯੁਕਤ ਮੋਰਚੇ ਦੇ ਬੈਨਰ ਥੱਲੇ ਉਹ ਇਲੈਕਸ਼ਨ ਨਹੀਂ ਲੜ ਸਕਦੇ। ਕਿਸਾਨ ਜਥੇਬੰਦੀਆਂ ਨੇ ਐਲਾਨ ਕੀਤਾ ਸੰਸਦ ਮਾਰਚ ਵਾਸਤੇ, ਜਿਹੜਾ ਸੰਸਦ ਨੂੰ ਮਾਰਚ ਹੋਏਗਾ, ਰੋਜ਼ਾਨਾ 500 ਕਿਸਾਨ ਪਹੁੰਚੇਗੇ ਸੰਸਦ ਤੱਕ। ਲੱਗਦਾ ਕਿ ਕੇਂਦਰ ਸਰਕਾਰ ਕਾਮਯਾਬ ਹੋਣ ਦੇਗੀ? ਦੇਖੋ, ਇੱਥੇ ਬੜੀ ਵੱਡੀ ਗੱਲ ਹੈ। ਕੇਂਦਰ ਸਰਕਾਰ ਨੇ ਆਪਣੇ ਬੰਦਿਆਂ ਦੇ ਰਾਹੀਂ ਉਹਨੇ ਕੋਰਟ 'ਚ ਕੇਸ ਪਾਇਆ, ਸੁਪਰੀਮ ਕੋਰਟ 'ਚ, ਵੀ ਕਿਸਾਨਾਂ ਤੋਂ ਰਸਤਾ ਖਾਲੀ ਕਰਾਇਆ ਜਾਵੇ। ਸੁਪਰੀਮ ਕੋਰਟ ਜਿਹੜਾ ਪਹਿਲਾ ਬੈਂਚ ਸੀ, ਉਹਨਾਂ ਨੇ ਇਹ ਫੈਸਲਾ ਕੀਤਾ ਕਿ ਕਿਸਾਨਾਂ ਨੇ ਰਸਤਾ ਨਹੀਂ ਰੋਕਿਆ। ਰਸਤਾ ਤੁਸੀਂ ਰੋਕਿਆ, ਕੰਕਰੀਟ ਦੀਆਂ ਦੀਵਾਰਾਂ ਤੁਸੀਂ ਗੱਡੇ ਨੇ, ਸੋ ਕਿਸਾਨਾਂ ਕੀ। ਪਰ ਉਦੋਂ ਉਹ ਰੁਕ ਗਿਆ ਵੀ ਉਹਨਾਂ ਨੇ ਕਿਸਾਨਾਂ ਨੂੰ ਆਪਣਾ ਐਜੀਟੇਸ਼ਨ ਕਰਨ ਦਾ ਹੱਕ ਹੈ, ਉਹ ਗੱਲ ਦਬੀ ਰਹੀ। ਉਸ ਤੋਂ ਬਾਅਦ ਫਿਰ ਇੱਕ ਪਵਾਤਾ। ਹੁਣ ਜਿਹੜੀ ਸੁਪਰੀਮ ਕੋਰਟ ਇਸ ਚੀਜ਼ ਨੂੰ ਲੈ ਰਹੀ ਆ, ਉਹ ਟਿੱਪਣੀਆਂ ਕਰ ਰਹੀ ਆ ਸਾਡੇ ਤੇ, ਸਰਕਾਰ ਨੂੰ ਨਹੀਂ ਕਹਿ ਰਿਹਾ ਸੁਪਰੀਮ ਕੋਰਟ ਭਈ ਤੁਸੀਂ ਜਿਹੜਾ 1 ਸਾਲ ਤੋਂ ਲੈ ਕੇ ਕਿਸਾਨ ਇੱਥੇ ਬੈਠੇ ਆ, ਉਹਨਾਂ ਦੀ ਗੱਲ ਕਿਉਂ ਨਹੀਂ ਸੁਣਦੇ? ਉਹ ਤੁਸੀਂ ਕਿਉਂ ਨਹੀਂ ਉਹਨਾਂ ਦੇ ਮਸਲੇ ਹੱਲ ਕਰਦੇ? ਪਰ ਉਹ ਕਿਸਾਨਾਂ ਦੇ ਕਰ ਰਹੇ ਨੇ। ਤੇ ਉੱਥੇ ਇਹਨਾਂ ਨੇ ਜਦੋਂ ਵਕੀਲਾਂ ਨੇ ਇਹ ਗੱਲ ਕਹੀ ਕਿ ਰਸਤੇ ਤਾਂ ਰੋਕੇ ਇਹਨਾਂ ਨੇ, ਤੇ ਇਹਨਾਂ ਨੇ ਕੀ ਕੀਤਾ ਕਿ ਇਹਨਾਂ ਨੇ ਟਿੱਕਰੀ ਬਾਰਡਰ ਤੇ ਗਾਜੀਪੁਰ ਬਾਰਡਰ ਤੋਂ ਉਹ ਬੈਰੀਕੇਡ ਖੋਲ੍ਹਤੇ। ਹੁਣ ਅਸੀਂ ਇਹ ਐਲਾਨ ਕੀਤਾ ਕਿ ਜਿਹੜੇ ਬਾਰਡਰ ਇਹਨਾਂ ਖੋਲ੍ਹਿਆ, ਉੱਥੋਂ 29 ਤਰੀਕ ਨੂੰ ਜਿਹੜਾ ਸੰਸਦ ਚੱਲਣਾ ਹੈ, ਇਸ ਪਾਰਲੀਮੈਂਟ ਸੈਸ਼ਨ ਵਿੱਚ 29 ਤਰੀਕ ਨੂੰ ਸ਼ੁਰੂਆਤ ਹੋਣੀ ਹੈ ਤੇ ਅਸੀਂ 500 ਦੇ ਜਥੇ ਰੋਜ਼ ਭੇਜਾਂਗੇ। ਹੁਣ ਇੱਥੇ ਕੇਂਦਰ ਸਰਕਾਰ ਕੀ ਕਰੂ? ਜੇ ਤਾਂ ਉਹ ਬੈਰੀਕੇਡ ਜਿਹੜੇ ਖੋਲ੍ਹੇ ਸੀ ਦੁਬਾਰਾ ਲਾਉਂਦੇ ਆ ਤੇ ਫਿਰ ਸੁਪਰੀਮ ਕੋਰਟ ਕੀ ਕਹਿਣਗੇ? ਇੱਥੇ ਕੇਂਦਰ ਸਰਕਾਰ ਆਪ ਜਵਾਬ ਦੇ ਆ। ਅਸੀਂ ਉਹ ਫੈਸਲਾ ਕੀਤਾ ਜਿਹੜਾ ਲੋਕਾਂ ਦੇ ਹਿੱਤ ਵਿੱਚ ਆ, ਜਿਹੜਾ ਅੰਦੋਲਨ ਦੇ ਹਿੱਤ ਵਿੱਚ ਆ। ਨਾ ਜਿੱਥੇ ਵੀ ਸਾਨੂੰ ਰੋਕੂਗੀ ਅਸੀਂ ਉੱਥੇ ਰੁਕ ਜਾਵਾਂਗੇ, ਉੱਥੇ ਹੀ ਮੋਰਚਾ ਹੋਰ ਖੁੱਲ੍ਹ ਜਾਊਗਾ। ਪਰ ਜਿਹੜੇ ਸਾਡੇ ਪਿਛਲੇ ਨੇ, ਗਾਜੀਪੁਰ ਹੈ, ਟਿੱਕਰੀ ਹੈ, ਸਿੰਘੂ ਹੈ, ਜਾਂ ਜਿੱਥੇ ਜਿੱਥੇ ਵੀ ਆ, ਸ਼ਾਹਜਹਾਨਪੁਰ ਹੈ, ਉੱਥੇ ਉਹ ਅੰਦੋਲਨ ਉਸੇ ਤਰ੍ਹਾਂ ਚੱਲਣਗੇ। 500 ਦੇ ਜਥੇ ਰੋਜ਼ ਜਾਣਗੇ। ਜੇ ਤਾਂ ਉਹਨਾਂ ਨੂੰ ਗ੍ਰਿਫਤਾਰ ਕਰਦੇ ਨੇ ਤਾਂ ਵੀ ਕੋਈ ਗੱਲ ਨਹੀਂ, ਜੇ ਉਹ ਅੱਗੇ ਚਲੇ ਗਏ ਤੇ ਫਿਰ ਸਾਰਿਆਂ ਤੋਂ ਠੀਕ, ਰੋਜ਼ ਜਾਇਆ ਕਰਨਗੇ। ਤੇ ਜੇ ਉਹਨਾਂ ਨੇ ਰੋਕਤਾ ਤੇ ਉਹ ਉੱਥੇ ਹੀ ਬੈਠਣਗੇ, ਰੋਜ਼ ਜਾਇਆ ਕਰਨਗੇ। ਫਿਰ ਵੇਖਾਂਗੇ ਕੇਂਦਰ ਸਰਕਾਰ। ਅਨੋਵਾਲ ਦਾ ਬੇਟ ਏਰੀਆ, ਪਿੰਡ ਕੋਟਖਾਂ ਮੁਹੰਮਦ, ਇਹਨੂੰ ਆਪਾਂ ਕਹਿ ਸਕਦੇ ਹਾਂ ਅੰਦੋਲਨ ਨੂੰ ਬਹੁਤ ਪਿੱਛੇ ਆ। ਇਹ ਜਿਹੜਾ ਇਲਾਕਾ, ਇਹ ਅੰਦੋਲਨ ਨੂੰ ਜਾਗਰੂਕ ਕਰਨ ਵਾਸਤੇ ਅੱਜ ਇੱਥੇ ਹਜ਼ਾਰਾਂ ਦੀ ਤਾਦਾਦ ਵਿੱਚ ਕਿਸਾਨ ਪਹੁੰਚੇ ਆ ਤੇ ਸਾਰਿਆਂ ਵੀਰਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਕਿ ਇਹ ਲੜਾਈ ਸਿਰਫ ਇੱਕ ਕਿਸਾਨਾਂ ਦੀ ਨਹੀਂ ਗੀ, ਇਹ ਮਜ਼ਦੂਰਾਂ ਦੀ ਵੀ ਆ, ਦੁਕਾਨਦਾਰਾਂ ਦੀ ਵੀ ਆ, ਆੜ੍ਹਤੀਆਂ ਦੀ ਵੀ ਆ। ਜਿਹੜਾ ਰੋਟੀ ਖਾਂਦਾ ਹਰ ਰੋਟੀ ਵੇਲੇ ਦੀ ਲੜਾਈ ਆ। ਇਹ ਕਰਕੇ ਅੱਜ ਦਿੱਲੀ ਤੋਂ ਸੰਯੁਕਤ ਮੋਰਚੇ ਤੋਂ 7-8 ਜਥੇਬੰਦੀਆਂ ਦੇ ਆਗੂ ਇੱਥੇ ਸੱਦੇ ਆ ਮੈਂ,
ਉਹਨਾਂ ਦੇ ਵਿੱਚ ਮਨਜੀਤ ਸਿੰਘ ਰਾਏ ਆ, ਬਲਦੇਵ ਸਿੰਘ ਜੀ ਸਰਸਾ ਵਾ, ਕੁਲਦੀਪ ਸਿੰਘ ਜੀ ਵਜ਼ੀਰਪੁਰਾ, ਆਪਣਾ ਜਗਜੀਤ ਸਿੰਘ ਜੀ ਡੱਲੇਵਾਲ ਤੋਂ ਸਿੱਧੀਪੁਰ ਤੋਂ ਇੰਦਰਜੀਤ ਜੀ ਪਹੁੰਚੇ ਆ, ਉਹ ਨਹੀਂ ਪਹੁੰਚ ਸਕੇ। ਹੋਰ ਉਹਨਾਂ ਨੇ ਫਰਮਾਨ ਸਿੰਘ ਜੀ ਸੰਧੂ ਆ, ਸਾਰੇ ਮੈਂ 7-8 ਜਿਹੜੇ ਮੇਨ ਸਾਡੇ ਕੋਲ ਇੱਕ ਬਹੁਤ ਵਧੀਆ ਇੱਕ ਡਾਕਟਰ ਸਵਾਈਮੈਨ ਜੀ ਜਿਹੜੇ ਇਹ ਟਿੱਕਰੀ ਬਾਰਡਰ ਤੇ ਸਾਡੇ ਸਿੰਘੂ ਬਾਰਡਰ ਤੇ ਲੋਕਾਂ ਨੂੰ ਟੈਂਟ ਬਣਾ ਕੇ ਐਮਰਜੈਂਸੀ ਸਹੂਲਤਾਂ ਲਾਗੂ ਕਰਾਉਂਦੇ ਆ, ਉਹ ਵੀ ਇੱਥੇ ਪਹੁੰਚੇ ਹੋਏ ਆ ਆਪਣੇ ਵਿਚਾਰ ਦੱਸਣ ਵਾਸਤੇ। ਮੈਂ ਆਪਣੇ ਜਿੰਨੇ ਵੀ ਸਾਡੇ ਇਲਾਕੇ ਦੇ ਇੱਥੇ ਵੀਰ ਸੀ ਸਾਰਿਆਂ ਨੂੰ ਇਹ ਜਾਗਰੂਕ ਕਰਨ ਵਾਸਤੇ ਇੱਕ ਇਹ ਪਹਿਲੀ ਜਿਹੜੀ ਆ ਕਿਸਾਨ ਮਹਾਸਭਾ ਜਿਹੜੀ ਆ ਕੋਟਖਾਮ ਮੁਹਿੰਮ ਦੇ ਵਿੱਚ ਆਪਾਂ ਕਰਾਈ ਹੈ। ਅੱਗੇ ਇੱਕ ਹੋਰ ਐਲਾਨ ਕੀਤਾ ਗਿਆ ਜਥੇਬੰਦੀਆਂ ਵੱਲੋਂ ਜਿਹੜਾ ਸੰਸਦ ਘੇਰਨ ਦਾ, ਉਸ ਨੂੰ ਲੈ ਕੇ ਫਿਰ ਕਿਸ ਤਰੀਕੇ ਦੇ ਇੱਥੋਂ ਦੇ ਪ੍ਰਬੰਧ ਰਹਿਣਗੇ ਤੁਹਾਡੇ ਵੱਲੋਂ ਉੱਥੇ ਪਹੁੰਚਣ ਦੇ? ਵੇਖੋ ਜੀ, ਸਾਡੀ ਇੱਥੋਂ ਆਵਾਜ਼ ਆ ਵੀ 24, 25, 26 ਨੂੰ ਦਿੱਲੀ ਚੱਲੋ ਸਾਰੇ ਜਣੇ, ਕਿਉਂਕਿ 26 ਨਵੰਬਰ ਨੂੰ ਸਾਡਾ ਉੱਥੇ ਸਾਲ ਹੋ ਜਾਣਾ। 29 ਤਰੀਕ ਤੋਂ ਅਸੀਂ ਸੰਸਦ ਕੂਚ ਵਾਸਤੇ 500 ਦੇ ਜਥੇ 500 ਟਿਕਰੀ ਬਾਰਡਰ ਤੋਂ 500 ਗਾਜੀਪੁਰ ਬਾਰਡਰ ਤੋਂ, ਕਿਉਂਕਿ ਇਹ ਦੋਵੇਂ ਬਾਰਡਰ ਉਹਨਾਂ ਖੋਲ੍ਹੇ ਆ। ਸਿੰਘੂ ਬਾਰਡਰ ਇਹਨਾਂ ਗਾੜੀ ਬੰਦ ਕੀਤਾ ਜੇ। ਇਹਨਾਂ ਦੋਵਾਂ ਬਾਰਡਰਾਂ ਤੋਂ 500 ਦੇ ਜਥੇ ਅਸੀਂ ਰੋਜ਼ ਭੇਜਿਆ ਕਰਨੇ। ਜਿਹੜੇ ਅਸੀਂ ਭੇਜਾਂਗੇ ਉਹ ਉੱਥੇ ਰਹਿਣਗੇ, ਵਾਪਸ ਨਹੀਂ ਆਉਣਗੇ। ਅਗਲੇ ਦਿਨ ਨਵੇਂ ਆਉਣਗੇ, ਅਗਲੇ ਦਿਨ ਫਿਰ ਨਵੇਂ ਆਉਣਗੇ। ਇਸੇ ਤਰ੍ਹਾਂ ਹੌਲੀ ਹੌਲੀ ਅਸੀਂ ਪੜਾਅ ਜਿਹੜਾ ਦਿੱਲੀ ਦੇ ਵਿੱਚ ਉਹ ਲਾਵਾਂਗੇ। ਇਸ ਇਲਾਕੇ 'ਚ ਵੀ ਜਾਣ ਦੀ ਉਮੀਦ ਹੈਗੀ ਲੋਕਾਂ ਦੀ? ਬਿਲਕੁਲ, ਇਹਨਾਂ ਸਾਰੇ ਵੀਰਾਂ ਨੂੰ ਬੇਨਤੀ ਕਰਾਂਗੇ ਤੇ ਵੀ ਉੱਥੇ ਪਹੁੰਚੇ। ਇਸੇ ਕਰਕੇ ਅੱਜ ਲੋਕਾਂ ਨੂੰ ਜਾਗਰੂਕ ਕੀਤਾ ਗਿਆ ਵੀ ਸਾਰੇ ਜਣੇ ਵੀਰ ਜਿਹੜੇ ਉੱਥੇ ਪਹੁੰਚੋ, ਦਿੱਲੀ 24, 25 ਨੂੰ 26 ਤੱਕ ਪਹੁੰਚੋ, ਫਿਰ ਆਪਾਂ ਹੌਲੀ ਹੌਲੀ ਗਾਂ ਨੂੰ